ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਕੈਨੇਡੀਅਨ ਸਾਥ ਦੇ ਨਾਲ। ਮੈਂ ਹਾਂ ਸ਼ੀਤਲ ਠਾਕੁਰ, ਹਾਜ਼ਰ ਹੋਈਆਂ ਲੈ ਕੇ ਖਬਰਾਂ ਦਾ ਬੁਲੇਟਿਨ। ਆਓ ਫੇਰ ਸ਼ੁਰੂਆਤ ਕਰਦੇ ਹਾਂ ਇਹਨਾਂ ਚੁਣਵੀਆਂ ਖਬਰਾਂ ਤੋਂ। ਅਮਰੀਕਾ ਦੇ ਵਿੱਚ ਜਾਰਜ ਫਲਾਇਡ ਦੀ ਯਾਦ ਦੇ ਵਿੱਚ ਬਣਾਏ ਗਏ ਬੁੱਤ ਨੂੰ ਫਿਰ ਕੀਤਾ ਗਿਆ ਖਰਾਬ। ਜੋ ਬਾਈਡਨ ਨੇ ਕੀਤੀ ਨਾਗਰਿਕਾਂ ਨੂੰ ਕੋਵਿਡ ਵੈਕਸੀਨ ਲਗਾਉਣ ਦੀ ਬੇਨਤੀ। ਡੋਨਾਲਡ ਟਰੰਪ ਨੇ ਆਪਣਾ ਟਵਿੱਟਰ ਖਾਤਾ ਬਹਾਲ ਕਰਨ ਦੇ ਲਈ ਜੱਜ ਨੂੰ ਕੀਤੀ ਅਪੀਲ। ਲੀਕ ਹੋਏ ਦਸਤਾਵੇਜ਼ਾਂ ਦੇ ਨਾਲ ਖੁੱਲਿਆ ਵਿੱਤੀ ਸੀਕ੍ਰੇਟਸ ਦਾ ਪੰਡੋਰਾ ਬਾਕਸ। ਪਰਿਵਾਰ ਦੇ ਸਮੇਤ ਟੋਫੀਨੋ ਦਾ ਟ੍ਰਿਪ ਕਰਨ ਦੇ ਉੱਤੇ ਟਰੂਡੋ ਨੇ ਫਰਸਟ ਨੇਸ਼ਨ ਦੇ ਚੀਫ ਤੋਂ ਮੰਗੀ ਮਾਫੀ। ਟੋਰਾਂਟੋ ਕਾਉਂਸਲ ਦੇ ਆਕਾਰ ਨੂੰ ਘਟਾਉਣ ਦੇ ਫੋਰਡ ਸਰਕਾਰ ਦੇ ਫੈਸਲੇ ਨੂੰ ਸੁਪਰੀਮ ਕੋਰਟ ਨੇ ਰੱਖਿਆ ਬਰਕਰਾਰ। ਦੋਸ਼ੀਆਂ ਦੇ ਖਿਲਾਫ ਕਾਰਵਾਈ ਹੋਣ ਤੱਕ ਨਹੀਂ ਕਰਾਂਗੇ ਸ਼ਹੀਦ ਕਿਸਾਨਾਂ ਦਾ ਅੰਤਿਮ ਸੰਸਕਾਰ, ਰਾਕੇਸ਼ ਟਿਕੈਤ ਨੇ ਦਿੱਤਾ ਬਿਆਨ। ਲਖੀਮਪੁਰ ਖੀਰੀ ਦੇ ਵਿੱਚ ਵੱਡਾ ਬਵਾਲ, 2 ਕਿਸਾਨਾਂ ਦੇ ਸਣੇ 6 ਦੀ ਹੋਈ ਮੌਤ। ਪੰਜਾਬ ਕੈਬਨਿਟ ਦੀ ਮੀਟਿੰਗ ਹੋਵੇਗੀ ਅੱਜ। ਲਖੀਮਪੁਰ ਖੀਰੀ ਜਾ ਕੇ ਅਖਿਲੇਸ਼ ਯਾਦਵ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲਿਆ। 6 ਦਿਨਾਂ ਤੋਂ ਬਾਅਦ ਅੱਜ ਤੋਂ ਸ਼ੁਰੂ ਹੋਵੇਗੀ ਕੋਵਿਸ਼ੀਲਡ ਵੈਕਸੀਨ। ਲਖੀਮਪੁਰ ਖੀਰੀ ਘਟਨਾ ਤਹਿਤ ਪੰਜਾਬ ਦੇ ਵਫਦ ਨੂੰ ਯੂਪੀ ਦੇ ਵਿੱਚ ਨਹੀਂ ਮਿਲੀ ਐਂਟਰੀ, ਸਰਕਾਰ ਨੇ ਲਗਾਈ ਪਾਬੰਦੀ। ਭਾਰਤ ਦੇ ਵਿੱਚ ਪਿਛਲੇ 24 ਘੰਟਿਆਂ ਦੇ ਵਿੱਚ ਕਰੋਨਾ ਦੇ 22,842 ਨਵੇਂ ਕੇਸ ਆਏ ਸਾਹਮਣੇ। ਹੁਣ ਖਬਰਾਂ ਵਿਸਥਾਰ ਨਾਲ। ਅਮਰੀਕਾ ਵਿਖੇ ਨਿਊਯਾਰਕ ਸਿਟੀ ਦੇ ਯੂਨੀਅਨ ਸਕੁਆਇਰ ਪਾਰਕ ਦੇ ਵਿੱਚ ਗੈਰ ਗੋਰੇ ਅਮਰੀਕੀ ਜਾਰਜ ਫਲਾਇਡ ਦੇ ਸਨਮਾਨ ਦੇ ਵਿੱਚ ਬਣਾਏ ਗਏ ਬੁੱਤ ਨੂੰ ਐਤਵਾਰ ਨੂੰ ਖਰਾਬ ਕੀਤਾ ਗਿਆ। ਪੁਲਿਸ ਨੇ ਦੱਸਿਆ ਕਿ ਇੱਕ ਵੀਡੀਓ ਦੇ ਵਿੱਚ ਦਿਸ ਰਿਹਾ ਹੈ ਕਿ ਸਕੇਟਬੋਰਡ ਤੇ ਆਏ ਇਸ ਅਣਪਛਾਤੇ ਵਿਅਕਤੀ ਨੇ ਸਵੇਰੇ ਕਰੀਬ 10 ਵਜੇ ਬੁੱਤ ਤੇ ਪੇਂਟ ਸੁੱਟਿਆ ਅਤੇ ਫਿਰ ਇਸ ਤੋਂ ਮਗਰੋਂ ਉਹ ਫਰਾਰ ਹੋ ਗਿਆ। ਪੁਲਿਸ ਨੇ ਵੀਡੀਓ ਵੀ ਜਾਰੀ ਨਹੀਂ ਕੀਤਾ। ਮਰਹੂਮ ਸਾਂਸਦ ਜੌਨ ਲੂਇਸ ਅਤੇ ਪਿਛਲੇ ਸਾਲ ਪੁਲਿਸ ਦੀ ਕਾਰਵਾਈ ਦੇ ਵਿੱਚ ਮਾਰੀ ਗਈ ਕੈਂਟੂਕੀ ਦੇ ਲੂਇਸਵਿਲੇ ਦੇ ਬ੍ਰਿਓਨਾ ਟੇਲਰ ਦੇ ਨੇੜੇ ਸਥਾਪਿਤ ਬੁੱਤਾਂ ਨੂੰ ਸਪਸ਼ਟ ਤੌਰ ਤੇ ਛੋਇਆ ਨਹੀਂ ਗਿਆ। ਫਲਾਈਟ ਦੀ ਯਾਦ ਦੇ ਵਿੱਚ ਬਣਾਏ ਗਏ ਬੁੱਤ ਨੂੰ ਵਿਗਾੜਨ ਦੀ ਘਟਨਾ ਪਹਿਲੀ ਵਾਰ ਨਹੀਂ ਹੋਈ ਹੈ। ਇਸ ਬੁੱਤ ਦੇ ਉਦਘਾਟਨ ਦੇ 5 ਦਿਨ ਬਾਅਦ ਹੀ ਇਸ ਤੇ ਕਾਲਾ ਪੇਂਟ ਸੁੱਟਿਆ ਗਿਆ ਸੀ ਅਤੇ ਉਸ ਤੇ ਗੋਰਿਆਂ ਨੂੰ ਸਰਵਉੱਚ ਮੰਨਣ ਵਾਲੇ ਇੱਕ ਸਮੂਹ ਦਾ ਕਥਿਤ ਚਿੰਨ੍ਹ ਵੀ ਲਗਾਇਆ ਗਿਆ ਸੀ। ਮਿਨੀਆਪੋਲਿਸ ਦੇ ਵਿੱਚ ਪੁਲਿਸ ਦੀ ਕਾਰਵਾਈ ਦੇ ਵਿੱਚ ਫਲਾਈਟ ਦੀ ਮੌਤ ਹੋਣ ਦੇ ਕਾਰਨ ਦੇਸ਼ ਭਰ ਦੇ ਵਿੱਚ ਨਸਲੀ ਵਿਤਕਰੇ ਨੂੰ ਲੈ ਕੇ ਅੰਦੋਲਨ ਹੋਇਆ ਸੀ। ਅਮਰੀਕਾ ਦੇ ਵਿੱਚ ਕਰੋਨਾ ਵਾਇਰਸ ਮਹਾਮਾਰੀ ਨੇ ਲੱਖਾਂ ਨਿਵਾਸੀਆਂ ਦੀ ਜਾਨ ਲੈ ਲਈ ਹੈ। ਅਮਰੀਕਾ ਦੇ ਵਿੱਚ ਚੱਲ ਰਹੀ ਕਰੋਨਾ ਵੈਕਸੀਨ ਮੁਹਿੰਮ ਦੇ ਬਾਵਜੂਦ ਪਿਛਲੇ ਦਿਨੀ ਕਰੋਨਾ ਅੰਕੜਿਆਂ ਦੇ ਅਨੁਸਾਰ ਦੇਸ਼ ਦੇ ਵਿੱਚ ਕੋਵਿਡ ਮੌਤਾਂ ਗਿਣਤੀ 7 ਲੱਖ ਤੋਂ ਪਾਰ ਹੋ ਗਈ ਹੈ, ਜੋ ਕਿ ਬਹੁਤ ਹੀ ਅਫਸੋਸਜਨਕ ਗੱਲ ਹੈ। ਇਹਨਾਂ ਮੌਤਾਂ ਨੂੰ ਰਾਸ਼ਟਰਪਤੀ ਜੋ ਬਾਈਡਨ ਨੇ ਬਹੁਤ ਹੀ ਦੁਖਦਾਈ ਦੱਸਿਆ। ਇਸ ਦੇ ਦੌਰਾਨ ਰਾਸ਼ਟਰਪਤੀ ਬਾਈਡਨ ਨੇ ਸ਼ਨੀਵਾਰ ਨੂੰ ਅਮਰੀਕੀ ਨਿਵਾਸੀਆਂ ਨੂੰ ਕਰੋਨਾ ਵਾਇਰਸ ਤੋਂ ਸੁਰੱਖਿਅਤ ਰਹਿਣ ਅਤੇ ਕਰੋਨਾ ਮੌਤ ਦਰ ਨੂੰ ਘਟਾਉਣ ਦੇ ਲਈ ਕਰੋਨਾ ਦਾ ਟੀਕਾ ਲਗਵਾਉਣ ਦੀ ਬੇਨਤੀ ਵੀ ਕੀਤੀ ਹੈ। ਬਾਈਡਨ ਦੇ ਅਨੁਸਾਰ ਅਸੀਂ ਉਹਨਾਂ ਸਾਰਿਆਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੂੰ ਅਸੀਂ ਇਸ ਮਹਾਮਾਰੀ ਦੇ ਨਾਲ ਗੁਆਚ ਚੁੱਕੇ ਹਾਂ ਅਤੇ ਅਸੀਂ ਉਹਨਾਂ ਦੇ ਅਜ਼ੀਜ਼ਾਂ ਦੀ ਪ੍ਰਾਰਥਨਾ ਵੀ ਕਰਦੇ ਹਾਂ। ਅਮਰੀਕਾ ਦੇ ਵਿੱਚ ਦਸੰਬਰ 2020 ਦੇ ਵਿੱਚ ਟੀਕੇ ਲਗਾਏ ਜਾਣ ਤੋਂ ਪਹਿਲਾਂ ਤਕਰੀਬਨ 3 ਲੱਖ ਮੌਤਾਂ ਕੋਵਿਡ-19 ਦੇ ਕਾਰਨ ਹੋ ਚੁੱਕੀਆਂ ਸਨ, ਜਿਸ ਤੋਂ ਬਾਅਦ 10 ਮਹੀਨਿਆਂ ਦੇ ਵਿੱਚ ਹੋਰ 4 ਲੱਖ ਮੌਤਾਂ ਕਰੋਨਾ ਦੇ ਕਾਰਨ ਹੋਈਆਂ। ਇਸ ਲਈ ਬਾਈਡਨ ਨੇ ਲੋਕਾਂ ਨੂੰ ਆਪਣੀ ਅਤੇ ਆਪਣੇ ਅਜ਼ੀਜ਼ਾਂ ਦੀ ਜਾਨ ਬਚਾਉਣ ਦੇ ਲਈ ਕਰੋਨਾ ਵੈਕਸੀਨ ਲਗਵਾਉਣ ਦੀ ਬੇਨਤੀ ਕੀਤੀ ਹੈ। ਉਧਰ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫਲੋਰੀਡਾ ਦੇ ਇੱਕ ਫੈਡਰਲ ਜੱਜ ਨੂੰ ਆਪਣਾ ਟਵਿੱਟਰ ਖਾਤਾ ਬਹਾਲ ਕਰਨ ਦੇ ਲਈ ਟਵਿੱਟਰ ਨੂੰ ਕਹਿਣ ਦੀ ਅਪੀਲ ਕੀਤੀ ਹੈ। ਅਮਰੀਕੀ ਰਾਜਧਾਨੀ ਦੇ ਵਿੱਚ 6 ਜਨਵਰੀ ਨੂੰ ਕੈਪੀਟਲ ਇਮਾਰਤ ਦੇ ਵਿੱਚ ਹੋਏ ਦੰਗਿਆਂ ਤੋਂ ਬਾਅਦ ਟਵਿੱਟਰ ਦੇ ਵੱਲੋਂ ਟਰੰਪ ਦਾ ਖਾਤਾ ਮੁਅੱਤਲ ਕਰ ਦਿੱਤਾ ਗਿਆ ਸੀ। ਇਸ ਦੇ ਲਈ ਟਰੰਪ ਦੇ ਵਕੀਲਾਂ ਨੇ ਸ਼ੁੱਕਰਵਾਰ ਨੂੰ ਮਿਆਮੀ ਦੇ ਵਿੱਚ ਅਮਰੀਕੀ ਡਿਸਟ੍ਰਿਕਟ ਕੋਰਟ ਦੇ ਵਿੱਚ ਟਵਿੱਟਰ ਅਤੇ ਇਸ ਦੇ CEO ਜੈਕ ਡੋਰਸੀ ਦੇ ਵਿਰੁੱਧ ਮੁੱਢਲੇ ਹੁਕਮ ਦੀ ਮੰਗ ਕਰਦਿਆਂ ਹੋਇਆਂ ਇੱਕ ਮਤਾ ਦਾਇਰ ਕੀਤਾ। ਉਹਨਾਂ ਦੀ ਦਲੀਲ ਹੈ ਕਿ ਟਵਿੱਟਰ ਟਰੰਪ ਨੂੰ ਉਹਨਾਂ ਦੇ ਪਹਿਲੇ ਸੋਧ ਅਧਿਕਾਰਾਂ ਦੀ ਉਲੰਘਣਾ ਦੇ ਵਿੱਚ ਸੈਂਸਰ ਕਰ ਰਿਹਾ ਹੈ। ਦੱਸਣਯੋਗ ਹੈ ਕਿ ਟਰੰਪ ਦੇ ਪੈਰੋਕਾਰਾਂ ਦੇ ਦੁਆਰਾ ਕੈਪੀਟਲ ਇਮਾਰਤ ਤੇ ਹਮਲਾ ਕਰਨ ਦੇ ਕੁਝ ਦਿਨਾਂ ਬਾਅਦ ਟਵਿੱਟਰ ਨੇ ਟਰੰਪ ਦੇ ਖਾਤੇ ਤੇ ਸਥਾਈ ਤੌਰ ਤੇ ਪਾਬੰਦੀ ਲਗਾ ਦਿੱਤੀ ਸੀ। ਟਵਿੱਟਰ ਨੂੰ ਟਰੰਪ ਦੇ ਦੁਆਰਾ ਹੋਰ ਹਿੰਸਾ ਭੜਕਾਉਣ ਦਾ ਡਰ ਸੀ। ਪਾਬੰਦੀ ਤੋਂ ਪਹਿਲਾਂ ਟਰੰਪ ਦੇ ਟਵਿੱਟਰ ਤੇ ਲਗਭਗ 99 ਮਿਲੀਅਨ ਫਾਲੋਅਰਸ ਸਨ। ਟਰੰਪ ਨੂੰ ਫੇਸਬੁੱਕ ਅਤੇ ਗੂਗਲ ਦੇ YouTube ਅਕਾਊਂਟ ਤੋਂ ਵੀ ਮੁਅੱਤਲ ਕਰ ਦਿੱਤਾ ਗਿਆ ਸੀ। ਫੇਸਬੁੱਕ ਦੀ ਪਾਬੰਦੀ 7 ਜਨਵਰੀ 2023 ਤੱਕ ਚੱਲੇਗੀ, ਜਿਸ ਤੋਂ ਬਾਅਦ ਕੰਪਨੀ ਮੁਅੱਤਲੀ ਦੀ ਸਮੀਖਿਆ ਕਰੇਗੀ, ਜਦਕਿ YouTube ਦੀ ਪਾਬੰਦੀ ਅਨਿਸ਼ਚਿਤ ਹੈ। ਉਧਰ ਦੁਨੀਆ ਦੇ ਸੈਂਕੜੇ ਆਗੂ, ਤਾਕਤਵਰ ਸਿਆਸਤਦਾਨ, ਅਰਬਪਤੀ, ਸੈਲੀਬ੍ਰਿਟੀਜ਼, ਧਾਰਮਿਕ ਆਗੂ ਅਤੇ ਡਰੱਗ ਡੀਲਰਸ ਆਪਣੇ ਪੈਸੇ ਨੂੰ ਪਿਛਲੀ ਚੌਥਾਈ ਸਦੀ ਤੋਂ ਹਵੇਲੀਆਂ ਬੀਚ ਉੱਤੇ ਸਥਿਤ ਆਪਣੀ ਪ੍ਰਾਪਰਟੀ ਯਾਰਡਸ ਤੇ ਹੋਰਨਾਂ ਥਾਵਾਂ ਦੇ ਰੂਪ ਦੇ ਵਿੱਚ ਲੁਕੋ ਰਹੇ ਨੇ। ਇਸ ਦਾ ਖੁਲਾਸਾ ਦੁਨੀਆ ਭਰ ਦੇ ਵਿੱਚ ਸਥਿਤ 14 ਫਾਰਮਾਂ ਤੋਂ ਹਾਸਲ ਹੋਈਆਂ ਲਗਭਗ 12 ਮਿਲੀਅਨ ਫਾਈਲਾਂ ਦੇ ਮੁਲਾਂਕਣ ਤੋਂ ਹੋਇਆ। ਇਹ ਰਿਪੋਰਟ ਐਤਵਾਰ ਨੂੰ ਇੰਟਰਨੈਸ਼ਨਲ ਕੰਸੋਰਟੀਅਮ ਆਫ ਇਨਵੈਸਟੀਗੇਟਿਵ ਜਰਨਲਿਸਟ ਦੇ ਵੱਲੋਂ ਜਾਰੀ ਕੀਤੀ ਗਈ ਹੈ। ਇਸ ਦੇ ਵਿੱਚ 117 ਦੇਸ਼ਾਂ ਦੇ ਵਿੱਚ 150 ਮੀਡੀਆ ਆਊਟਲੈਟਸ ਦੇ 600 ਪੱਤਰਕਾਰ ਸ਼ਾਮਲ ਨੇ। ਇਹਨਾਂ ਫਾਈਲਸ ਨੂੰ ਪੰਡੋਰਾ ਪੇਪਰਸ ਦਾ ਨਾਮ ਵੀ ਦਿੱਤਾ ਗਿਆ। ਇਹਨਾਂ ਦਸਤਾਵੇਜ਼ਾਂ ਤੋਂ ਸਾਹਮਣੇ ਆਇਆ ਹੈ ਕਿ ਕਿਸ ਤਰ੍ਹਾਂ ਅਮੀਰ ਅਤੇ ਭ੍ਰਿਸ਼ਟ ਲੋਕ ਆਪਣੇ ਪੈਸੇ ਨੂੰ ਲੁਕਾਉਣ ਦੇ ਲਈ ਸਮੁੰਦਰੋਂ ਪਾਰ ਸਥਿਤ ਆਪਣੇ ਖਾਤਿਆਂ ਦੀ ਵਰਤੋਂ ਕਰਦੇ ਸਨ। ਇਹਨਾਂ ਗੁਪਤ ਖਾਤਿਆਂ ਦੇ ਮਾਲਕਾਂ ਦੇ ਵਜੋਂ ਜਿਨ੍ਹਾਂ ਮੌਜੂਦਾ ਅਤੇ ਸਾਬਕਾ 330 ਸਿਆਸਤਦਾਨਾਂ ਦੀ ਪਛਾਣ ਹੋਈ ਹੈ, ਉਹਨਾਂ ਦੇ ਵਿੱਚੋਂ ਕੁਝ ਦੇ ਨਾਮ ਇਸ ਪ੍ਰਕਾਰ ਨੇ: ਜਾਰਡਨ ਦੇ ਕਿਲ ਅਬਦੁੱਲਾ, UK ਦੇ ਸਾਬਕਾ ਪ੍ਰਧਾਨ ਟੋਨੀ ਬਲੇਅਰ,
ਚੈਕ ਰਿਪਬਲਿਕਨ ਦੇ ਪ੍ਰਧਾਨ ਮੰਤਰੀ ਆਂਦਰੇ ਬੋਬਿਸ, ਕੀਨੀਆ ਦੇ ਰਾਸ਼ਟਰਪਤੀ ਉਹੁਰੂ ਕੈਂਡੀਆਟਾ, ਇਕਵਾਡੋਰ ਦੇ ਰਾਸ਼ਟਰਪਤੀ ਗੁਇਲ ਮੋਲਾਸੋ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹਾਇਕ ਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਸਹਾਇਕ। ਇਸ ਰਿਪੋਰਟ ਦੇ ਵਿੱਚ ਤੁਰਕੀ ਦੇ ਕੰਸਟਰਕਸ਼ਨ ਮਾਹਰ ਅਰਮਾਨ ਲਿਸਾਕ ਅਤੇ ਸੌਫਟਵੇਅਰ ਨਿਰਮਾਤਾ ਰੇਨੋਲਡਸ ਐਂਡ ਰੇਨੋਲਡਸ ਦੇ ਸਾਬਕਾ CEO ਰਾਬਰਟ ਟੀ ਬ੍ਰੌਕਮੈਨ ਵੀ ਸ਼ਾਮਲ ਨੇ। ਇਹਨਾਂ ਖਾਤਿਆਂ ਦੇ ਵਿੱਚੋਂ ਬਹੁਤੇ ਟੈਕਸ ਚੋਰੀ ਕਰਨ ਤੇ ਹੋਰਨਾਂ ਕਾਰਨਾਂ ਦੇ ਕਰਕੇ ਆਪਣੇ ਸਰਮਾਏ ਨੂੰ ਲੁਕਾਉਣ ਦੇ ਲਈ ਖੁਲਵਾਏ ਗਏ ਸਨ। ਯੂਰਪੀਅਨ ਪਾਰਲੀਮੈਂਟ ਦੇ ਵਿੱਚ ਗ੍ਰੀਨ ਪਾਰਟੀ ਦੇ ਨੀਤੀ ਘਾੜੇ ਸਵੈਨ ਗੀਗੋਲਡ ਨੇ ਆਖਿਆ ਹੈ ਕਿ ਇਹ ਨਵਾਂ ਡਾਟਾ ਜਿਹੜਾ ਕਿ ਲੀਕ ਹੋਇਆ ਇਹ ਸਭਨਾਂ ਦੀਆਂ ਅੱਖਾਂ ਖੋਲਣ ਦੇ ਵਿੱਚ ਕਾਫੀ ਹੈ। ਸਾਨੂੰ ਇਸ ਸੰਬੰਧੀ ਸਖਤ ਕਾਰਵਾਈ ਕਰਨ ਦੀ ਲੋੜ ਹੈ। ਇਸ ਤਰ੍ਹਾਂ ਟੈਕਸ ਚੋਰੀ ਰੋਕਣ ਦੇ ਲਈ ਵੀ ਸਖਤ ਕਦਮ ਉਠਾਏ ਜਾਣ ਦੀ ਲੋੜ ਹੈ। ਬ੍ਰਿਟਿਸ਼ ਚੈਰਿਟੀਜ਼ ਦੇ ਸੰਘ ਆਕਸਫੈਮ ਇੰਟਰਨੈਸ਼ਨਲ ਦੇ ਇਹਨਾਂ ਪੰਡੋਰਾ ਪੇਪਰਸ ਨੂੰ ਲਾਲਚ ਦੀ ਮਿਸਾਲ ਦੱਸਦਿਆਂ ਹੋਇਆਂ ਆਖਿਆ ਕਿ ਅਜਿਹਾ ਕਰਕੇ ਹੀ ਦੇਸ਼ਾਂ ਨੂੰ ਟੈਕਸਾਂ ਤੋਂ ਹੋਣ ਵਾਲੀ ਆਮਦਨ ਤੋਂ ਵਾਂਝਾ ਕੀਤਾ ਜਾਂਦਾ ਹੈ, ਨਹੀਂ ਤਾਂ ਇਸ ਪੈਸੇ ਦੇ ਨਾਲ ਕਈ ਵਧੀਆ ਪ੍ਰੋਗਰਾਮ ਤੇ ਪ੍ਰੋਜੈਕਟ ਚਲਾਏ ਜਾ ਸਕਦੇ ਨੇ। ਇਹ ਪੰਡੋਰਾ ਪੇਪਰਸ ਵੀ 2016 ਦੇ ਵਿੱਚ ਜਾਰੀ ਕੀਤੇ ਗਏ ਪਨਾਮਾ ਪੇਪਰਸ ਦਾ ਹੀ ਦੂਜਾ ਰੂਪ ਹੈ। ਇਹਨਾਂ ਨੂੰ ਉਸੇ ਜਰਨਲਿਸਟਿਕ ਗਰੁੱਪ ਦੇ ਵੱਲੋਂ ਤਿਆਰ ਕੀਤਾ ਗਿਆ। ਇਹਨਾਂ ਦੇ ਵਿੱਚੋਂ 1970ਵਿਆਂ ਦੇ ਡਾਟਾ ਦੇ ਨਾਲ ਵਧੇਰੇ ਡਾਟਾ 1996 ਤੋਂ 2020 ਤੱਕ ਦਾ ਹੈ। ਜਾਰਡਨ ਦੇ ਕਿੰਗ ਅਬਦੁੱਲਾ ਦੀ ਸਰਕਾਰ ਉੱਤੇ ਇਸ ਸਾਲ ਘਪਲੇ ਦੇ ਵਿੱਚ ਸ਼ਾਮਲ ਹੋਣ ਦਾ ਦੋਸ਼ ਉਸਦੇ ਹੀ ਸੌਤੇਲੇ ਭਰਾ ਸਾਬਕਾ ਕਰਾਊਨ ਪ੍ਰਿੰਸ ਹਮਜ਼ਾ ਦੇ ਵੱਲੋਂ ਲਗਾਇਆ ਗਿਆ। ਹਮਜ਼ਾ ਨੇ ਸਰਕਾਰ ਨੂੰ ਭ੍ਰਿਸ਼ਟਾਚਾਰੀ ਦੱਸਿਆ, ਪਰ ਇਸ ਦੇ ਉਲਟ ਖੁਦ ਨੂੰ ਬੇਕਸੂਰ ਦੱਸਦਿਆਂ ਕਿੰਗ ਨੇ ਆਪਣੇ ਸੌਤੇਲੇ ਭਰਾ ਨੂੰ ਨਜ਼ਰਬੰਦ ਕਰਵਾ ਦਿੱਤਾ ਅਤੇ 2 ਸਾਬਕਾ ਸਹਾਇਕ ਖਿਲਾਫ ਕਾਨੂੰਨੀ ਕਾਰਵਾਈ ਸ਼ੁਰੂ ਕਰਵਾ ਦਿੱਤੀ। ਅਬਦੁੱਲਾ ਦੇ ਯੂਕੇ ਅਟਾਰਨੀਜ਼ ਦਾ ਇਹ ਵੀ ਕਹਿਣਾ ਹੈ ਕਿ ਉਹਨਾਂ ਦੇ ਦੇਸ਼ ਦੇ ਕਾਨੂੰਨ ਦੇ ਮੁਤਾਬਕ ਉਹਨਾਂ ਨੂੰ ਟੈਕਸ ਅਦਾ ਕਰਨ ਦੀ ਲੋੜ ਨਹੀਂ ਹੈ ਅਤੇ ਕਿੰਗ ਨੇ ਜਨਤਕ ਫੰਡਾਂ ਦੀ ਕੋਈ ਦੁਰਵਰਤੋਂ ਨਹੀਂ ਕੀਤੀ ਹੈ। ਇਹ ਵੀ ਆਖਿਆ ਗਿਆ ਕਿ ਸਿਕਿਉਰਿਟੀ ਤੇ ਪ੍ਰਾਈਵੇਸੀ ਕਾਰਨਾਂ ਦੇ ਕਰਕੇ ਹੀ ਕਿੰਗ ਨੂੰ ਵਿਦੇਸ਼ਾਂ ਦੇ ਵਿੱਚ ਕੰਪਨੀਆਂ ਕਾਇਮ ਕਰਨੀਆਂ ਪਈਆਂ। ਇਸੇ ਤਰ੍ਹਾਂ 1997 ਤੋਂ 2007 ਤੱਕ ਯੂਕੇ ਦੇ ਪ੍ਰਧਾਨ ਮੰਤਰੀ ਰਹੇ ਬਲੇਅਰ ਨੇ 2017 ਦੇ ਵਿੱਚ $8.8 ਮਿਲੀਅਨ ਦੀ ਵਿਕਟੋਰੀਅਨ ਬਿਲਡਿੰਗ ਖਰੀਦੀ। ਇਸ ਲਈ ਉਹਨਾਂ ਨੂੰ ਬ੍ਰਿਟਿਸ਼ ਵਰਜਨ ਆਈਲੈਂਡਸ ਦੀ ਕੰਪਨੀ ਖਰੀਦਣੀ ਪਈ, ਜਿਸ ਦੀ ਉਹ ਸੰਪਤੀ ਸੀ। ਹੁਣ ਇਸ ਬਿਲਡਿੰਗ ਦੇ ਵਿੱਚ ਉਹਨਾਂ ਦੀ ਪਤਨੀ ਚੇਰੀ ਬਲੇਅਰ ਦੀ ਲਾਅ ਫਰਮ ਕੰਮ ਕਰ ਰਹੀ ਹੈ। ਇਹ ਕੰਪਨੀ ਬਹਿਰੇਨ ਦੇ ਇੰਡਸਟਰੀਜ਼ ਤੇ ਟੂਰਿਜ਼ਮ ਮੰਤਰੀ ਜਾਇਦ ਬਿਨ ਰਾਸਿਦ ਅਲ ਜਾਇਨੀ ਤੋਂ ਖਰੀਦੀ ਗਈ। ਜਾਂਚ ਦੇ ਵਿੱਚ ਇਹ ਵੀ ਪਾਇਆ ਗਿਆ ਕਿ ਬਲੇਅਰਸ ਨੂੰ ਪ੍ਰਾਪਰਟੀ ਟੈਕਸ ਦੇ ਰੂਪ ਦੇ ਵਿੱਚ $4 ਲੱਖ ਤੋਂ ਵੱਧ ਦੀ ਬਚਤ ਹੋਈ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਕਿਸੇ ਗੜਬੜ ਦੇ ਵਿੱਚ ਸ਼ਾਮਲ ਨਹੀਂ ਪਾਇਆ ਗਿਆ, ਪਰ ਉਹਨਾਂ ਦੇ ਅੰਦਰੂਨੀ ਦਾਇਰੇ ਦੇ ਨਾਲ ਜੁੜੇ ਲੋਕ ਜਿਵੇਂ ਕਿ ਵਿੱਤ ਮੰਤਰੀ ਸੌਕਟ ਫਾਇਜ਼ ਅਹਿਮਦ ਤਾਰੀ ਨੂੰ ਗੁਪਤ ਰੂਪ ਦੇ ਵਿੱਚ ਕਈ ਕੰਪਨੀਆਂ ਦੇ ਟਰਸਟ ਦਾ ਮਾਲਕ ਦੱਸਿਆ ਜਾ ਰਿਹਾ ਹੈ। ਇਮਰਾਨ ਨੇ ਇਸ ਦੇ ਉੱਤੇ ਬਣਦੀ ਕਾਰਵਾਈ ਕਰਨ ਦੇ ਲਈ ਗੱਲ ਵੀ ਆਖੀ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਪਰਿਵਾਰ ਦੇ ਸਮੇਤ ਟੋਫੀਨੋ ਦਾ ਟ੍ਰਿਪ ਕਰਨ ਦੇ ਮਾਮਲੇ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੀ ਫਰਸਟ ਨੇਸ਼ਨ ਦੇ ਚੀਫ ਤੋਂ ਪ੍ਰਾਈਵੇਟ ਤੌਰ ਦੇ ਉੱਤੇ ਮਾਫੀ ਮੰਗੀ ਗਈ। ਟਰੂਡੋ ਦੇ ਵੱਲੋਂ ਇਹ ਮਾਫੀ ਕੈਨੇਡਾ ਦੇ ਪਹਿਲੇ ਟਰੂਥ ਐਂਡ ਰੀਕਨਸੀਲੀਏਸ਼ਨ ਡੇ ਉੱਤੇ ਹਾਜ਼ਰ ਰਹਿਣ ਦੀ ਥਾਂ ਪਰਿਵਾਰ ਦੇ ਨਾਲ ਟੋਫੀਨੋ ਘੁੰਮਣ ਫਿਰਨ ਜਾਣ ਦੀ ਮੰਗੀ ਗਈ ਹੈ। ਟਰੂਡੋ ਦੇ ਆਫਿਸ ਦੇ ਵੱਲੋਂ ਦਿੱਤੀ ਜਾਣਕਾਰੀ ਦੇ ਅਨੁਸਾਰ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਦੇ ਟੀ ਕੈਂਪ ਪੁਲਪਸ ਤੇ ਸਿਕਵੇ ਪੇਮੈਕ ਨੇਸ਼ਨ ਦੇ ਹੈਡ ਦੇ ਨਾਲ ਗੱਲ ਕਰਦਿਆਂ ਉਹਨਾਂ ਤੋਂ 30 ਸਤੰਬਰ ਨੂੰ ਮਨਾਏ ਜਾ ਰਹੇ ਪਹਿਲੇ ਟਰੂਥ ਐਂਡ ਰੀਕਨਸੀਲੀਏਸ਼ਨ ਡੇ ਮੌਕੇ ਨਾ ਹਾਜ਼ਰ ਹੋਣ ਦੇ ਲਈ ਮਾਫੀ ਮੰਗੀ ਗਈ। ਇਹਨਾਂ ਜਸ਼ਨਾਂ ਦੇ ਵਿੱਚ ਹਿੱਸਾ ਲੈਣ ਦੀ ਥਾਂ ਟਰੂਡੋ ਨੇ ਪ੍ਰੋਵਿੰਸ ਦੇ ਵਿੱਚ ਹੁੰਦਿਆਂ ਹੋਇਆਂ ਵੀ ਇਹ ਸਮਾਂ ਆਪਣੇ ਪਰਿਵਾਰ ਦੇ ਨਾਲ ਗੁਜ਼ਾਰਨ ਨੂੰ ਤਰਜੀਹ ਦਿੱਤੀ ਹੈ। ਦ ਨੇਟਿਵ ਵੂਮਨਸ ਐਸੋਸੀਏਸ਼ਨ ਆਫ ਕੈਨੇਡਾ ਦੇ ਹੈਡ ਨੇ ਇਹ ਵੀ ਆਖਿਆ ਹੈ ਕਿ ਉਹਨਾਂ ਦੇ ਵੱਲੋਂ ਟਰੂਡੋ ਦੀ ਇਸ ਮਾਫੀ ਦਾ ਸਵਾਗਤ ਕੀਤਾ ਜਾਂਦਾ ਹੈ, ਪਰ ਉਹਨਾਂ ਨੇ ਮੰਗ ਕੀਤੀ ਹੈ ਕਿ ਪ੍ਰਧਾਨ ਮੰਤਰੀ ਨੂੰ ਜਨਤਕ ਤੌਰ ਤੇ ਉੱਤੇ ਮਾਫੀ ਮੰਗਣ ਦੀ ਲੋੜ ਹੈ। ਉਹਨਾਂ ਨੇ ਇਹ ਵੀ ਚਿਤਾਇਆ ਹੈ ਕਿ ਟਰੂਡੋ ਦੀ ਇਸ ਤਰ੍ਹਾਂ ਦੀ ਹਰਕਤ ਦੇ ਲਈ ਉਹਨਾਂ ਨੂੰ ਨਤੀਜੇ ਵੀ ਭੁਗਤਣੇ ਪੈ ਸਕਦੇ ਨੇ। ਟਰੂਡੋ ਨੇ ਐਤਵਾਰ ਟੋਫੀਨੋ BC ਦੇ ਵਿੱਚ ਬਿਤਾਇਆ, ਜਿੱਥੇ ਉਹ ਪਿਛਲੇ ਵੀਰਵਾਰ ਤੋਂ ਹੀ ਮੌਜੂਦ ਸਨ। ਉਹ ਉਸੇ ਦਿਨ ਆਪਣੇ ਪਰਿਵਾਰਕ ਟ੍ਰਿਪ ਦੇ ਲਈ ਟੋਫੀਨੋ ਪਹੁੰਚੇ, ਜਿਸ ਦਿਨ ਕੈਨੇਡਾ ਨੇ ਰੈਜ਼ੀਡੈਂਸ਼ੀਅਲ ਸਕੂਲ ਸਿਸਟਮ ਤੇ ਇੰਡੀਜੀਨਸ ਸਰਵਾਈਵਰਸ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ। ਇੱਥੇ ਵੀ ਦੱਸਣਾ ਬਣਦਾ ਹੈ ਕਿ ਸ਼ੁਰੂਆਤੀ ਰਿਪੋਰਟਾਂ ਦੇ ਵਿੱਚ ਉਹਨਾਂ ਦੀ ਇਸ ਯਾਤਰਾ ਦਾ ਕੋਈ ਵੀ ਵੇਰਵਾ ਉਹਨਾਂ ਦੇ ਆਫਿਸ ਦੇ ਵੱਲੋਂ ਜਾਰੀ ਨਹੀਂ ਕੀਤਾ ਗਿਆ, ਸਗੋਂ ਉਸ ਦਿਨ ਉਹਨਾਂ ਨੂੰ ਆਟਵਾ ਦੇ ਵਿੱਚ ਪ੍ਰਾਈਵੇਟ ਮੀਟਿੰਗਸ ਕਰਦਿਆਂ ਦੱਸਿਆ ਗਿਆ। ਟਰੂਡੋ ਦੇ ਬੁਲਾਰੇ ਨੇ ਵੀ ਦੱਸਿਆ ਕਿ ਉਹਨਾਂ ਦੇ ਕਈ ਘੰਟੇ ਰੈਜ਼ੀਡੈਂਸ਼ੀਅਲ ਸਕੂਲ ਸਿਸਟਮਸ ਤੋਂ ਬਚ ਨਿਕਲੇ 8 ਲੋਕਾਂ ਦੇ ਨਾਲ ਫੋਨ ਉੱਤੇ ਗੱਲ ਕਰਦਿਆਂ ਬਿਤਾਏ। ਬੁਲਾਰਾ ਨੇ ਇਸ ਗੱਲ ਤੋਂ ਵੀ ਇਨਕਾਰ ਕੀਤਾ ਹੈ ਕਿ ਪ੍ਰਧਾਨ ਮੰਤਰੀ ਨੇ ਇਤਿਹਾਸਕ ਦਿਨ ਨਿੱਜੀ ਛੁੱਟੀਆਂ ਦੇ ਉੱਤੇ ਖਰਚ ਕੀਤਾ। ਇਸ ਦੌਰਾਨ ਅਸੈਂਬਲੀ ਆਫ ਫਰਸਟ ਨੇਸ਼ਨ ਦੇ ਨੈਸ਼ਨਲ ਚੀਫ ਰੋਜ਼ੋਨ ਆਰਚੀਬਾਲਡ ਨੇ ਆਖਿਆ ਹੈ ਕਿ ਇਸ ਤਰ੍ਹਾਂ ਦੀਆਂ ਖੋਖਲੀਆਂ ਮਾਫੀਆਂ ਹੁਣ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ। ਉਧਰ ਪਿਛਲੀਆਂ ਮਿਊਨਿਸਪਲ ਚੋਣਾਂ ਦੇ ਦੌਰਾਨ ਟੋਰਾਂਟੋ ਦੀ ਸਿਟੀ ਕਾਉਂਸਲਰ ਦਾ ਕਾਰ ਕਟਾ ਕੇ ਅੱਧਾ ਕਰਨ ਦੇ ਓਨਟਾਰੀਓ ਦੇ ਕਾਨੂੰਨ ਨੂੰ ਕੈਨੇਡਾ ਦੀ ਸਰਵਉੱਚ ਅਦਾਲਤ ਦੇ ਵੱਲੋਂ ਬਰਕਰਾਰ ਰੱਖਿਆ ਗਿਆ। ਸ਼ੁੱਕਰਵਾਰ ਨੂੰ 4 ਦੇ ਮੁਕਾਬਲੇ 5 ਵੋਟਾਂ ਦੇ ਨਾਲ ਜਾਰੀ ਕੀਤੇ ਗਏ ਇਸ ਫੈਸਲੇ ਦੇ ਵਿੱਚ ਸੁਪਰੀਮ ਕੋਰਟ ਆਫ ਕੈਨੇਡਾ ਨੇ ਪਾਇਆ ਕਿ ਓਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਦੇ ਵੱਲੋਂ ਜਿਹੜੀ ਤਬਦੀਲੀ ਕੀਤੀ ਗਈ ਸੀ, ਉਸ ਦੇ ਨਾਲ ਉਮੀਦਵਾਰਾਂ ਜਾਂ ਫਿਰ ਵੋਟਰਾਂ ਦੇ ਵਿਚਾਰ ਪ੍ਰਗਟਾਉਣ ਦੇ ਅਧਿਕਾਰਾਂ ਦੀ ਉਲੰਘਣਾ ਨਹੀਂ ਹੁੰਦੀ। ਮੈਜੋਰਿਟੀ ਪੈਨਲ ਦੇ ਪੱਖ ਦੇ ਉੱਤੇ ਚੀਫ ਜਸਟਿਸ ਰਿਚਰਡ ਵੈਗਨਰ ਤੇ ਜਸਟਿਸ ਰਸਲ ਬਰਾਊਨ ਨੇ ਆਖਿਆ ਹੈ ਕਿ ਮਿਊਨਿਸਪਲ ਚੋਣਾਂ ਸੰਵਿਧਾਨਕ ਆਧਾਰ ਤੋਂ ਬਿਨਾਂ ਮਹਿਜ਼ ਵਿਧਾਨਕ ਪਲੇਟਫਾਰਮ ਹੁੰਦੀਆਂ ਨੇ। ਇਸ ਲਈ ਪ੍ਰੋਵਿੰਸਾਂ ਜੇ ਚਾਹੁਣ ਤਾਂ ਆਪਣੇ ਹਿਸਾਬ ਦੇ ਨਾਲ ਇਹਨਾਂ ਨਿਯਮਾਂ ਦੇ ਵਿੱਚ ਤਬਦੀਲੀ ਵੀ ਕਰ ਸਕਦੀਆਂ ਨੇ। ਇਹ ਵੀ ਪਾਇਆ ਗਿਆ ਕਿ ਅਕਤੂਬਰ 2018 ਨੂੰ ਪੈਣ ਵਾਲੀ ਵੋਟ ਤੋਂ ਪਹਿਲਾਂ ਰੈਜ਼ੀਡੈਂਟਸ ਦੇ ਕੋਲ ਨਵੇਂ ਸਿਸਟਮ ਦੇ ਨਾਲ ਐਡਜਸਟ ਕਰਨ ਦੇ ਵਿੱਚ ਕਾਫੀ ਸਮਾਂ ਪਿਆ ਸੀ।
ਉਧਰ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਦੇ ਵਿੱਚ ਐਤਵਾਰ ਨੂੰ ਹੋਈ ਹਿੰਸਾ ਦੇ ਵਿੱਚ 8 ਲੋਕਾਂ ਦੀ ਮੌਤ ਹੋਣ ਤੋਂ ਬਾਅਦ ਮਾਮਲਾ ਬੇਹੱਦ ਗਰਮਾ ਗਿਆ। ਲਖੀਮਪੁਰ ਦੇ ਵਿੱਚ ਕਿਸਾਨ ਰਾਤ ਤੋਂ ਧਰਨਾ ਦੇ ਰਹੇ ਨੇ ਤੇ ਇਹਨਾਂ ਦੀ ਮੰਗ ਹੈ ਕਿ ਦੋਸ਼ੀਆਂ ਤੇ ਜਦੋਂ ਤੱਕ ਕਾਰਵਾਈ ਨਹੀਂ ਹੁੰਦੀ ਉਹ ਧਰਨਾ ਜਾਰੀ ਰੱਖਣਗੇ। ਇਸ ਤੋਂ ਪਹਿਲਾਂ ਕਿਸਾਨ ਆਗੂ ਰਾਕੇਸ਼ ਟਿਕੈਤ ਸਵੇਰੇ 4:30 ਵਜੇ ਕਰੀਬ ਲਖੀਮਪੁਰ ਪਹੁੰਚ ਗਏ ਸਨ ਅਤੇ ਉਹਨਾਂ ਨੇ ਉੱਥੇ ਇੱਕ ਗੁਰਦੁਆਰੇ ਦੇ ਵਿੱਚ ਕਿਸਾਨਾਂ ਦੀ ਕਮੇਟੀ ਦੇ ਨਾਲ ਬੈਠਕ ਵੀ ਕੀਤੀ। ਇਸ ਬੈਠਕ ਦੇ ਵਿੱਚ ਅੱਗੇ ਹੀ ਰਣਨੀਤੀ ਤੈਅ ਕੀਤੀ ਗਈ ਹੈ। ਬੈਠਕ ਤੋਂ ਪਹਿਲਾਂ ਰਾਕੇਸ਼ ਟਿਕੈਤ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਅਤੇ ਉਹਨਾਂ ਦੇ ਪੁੱਤਰ ਆਸ਼ੀਸ਼ ਮਿਸ਼ਰਾ ਤੇ ਕੇਸ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਟਿਕੈਤ ਨੇ ਕਿਸਾਨਾਂ ਦੇ ਨਾਲ ਬੈਠਕ ਤੋਂ ਬਾਅਦ ਐਲਾਨ ਕੀਤਾ ਹੈ ਕਿ ਜਦੋਂ ਤੱਕ ਕੋਈ ਕਾਰਵਾਈ ਨਹੀਂ ਹੁੰਦੀ ਉਦੋਂ ਤੱਕ ਅੰਤਿਮ ਸੰਸਕਾਰ ਨਹੀਂ ਕਰਨਗੇ। ਫਿਲਹਾਲ ਲਖੀਮਪੁਰ ਦੇ ਵਿੱਚ ਧਾਰਾ 144 ਲਗਾ ਦਿੱਤੀ ਗਈ ਹੈ। ਨੇਤਾਵਾਂ ਤੇ ਆਉਣ ਜਾਣ ਤੇ ਪਾਬੰਦੀ ਵੀ ਲਗਾ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਦੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਤੇ ਯੂਪੀ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਦੇ ਪ੍ਰੋਗਰਾਮ ਦਾ ਵਿਰੋਧ ਕਰ ਰਹੇ ਸੜਕ ਕੰਢੇ ਖੜੇ ਕਿਸਾਨਾਂ ਤੇ ਗੱਡੀ ਚੜਾ ਦਿੱਤੀ ਗਈ ਸੀ, ਜਿਸ ਦੇ ਵਿੱਚ 4 ਕਿਸਾਨਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋਏ ਨੇ। ਸਥਾਨਕ ਚਸ਼ਮਦੀਦਾਂ ਦੇ ਮੁਤਾਬਕ ਇਸ ਗੱਡੀ ਦੇ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਟੇਨੀ ਦਾ ਪੁੱਤਰ ਅਤੇ ਉਹਨਾਂ ਦੇ ਹੋਰ ਨਜ਼ਦੀਕੀ ਸਵਾਰ ਸਨ। ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਦੇ ਵਿੱਚ ਖੇਤੀ ਕਾਨੂੰਨਾਂ ਦੇ ਖਿਲਾਫ ਅੰਦੋਲਨ ਨੂੰ ਲੈ ਕੇ ਇੱਕ ਵੱਡਾ ਮਾਮਲਾ ਸਾਹਮਣੇ ਆਇਆ। ਦੋਸ਼ ਹੈ ਕਿ ਕੇਂਦਰੀ ਰਾਜ ਮੰਤਰੀ ਅਜੇ ਮਿਸ਼ਰ ਟੇਨੀ ਦੇ ਬੇਟੇ ਨੇ ਗੱਡੀ ਦੇ ਨਾਲ ਕਿਸਾਨਾਂ ਨੂੰ ਦਰੜ ਦਿੱਤਾ, ਜਿਸ ਦੇ ਨਾਲ 2 ਕਿਸਾਨਾਂ ਦੀ ਮੌਤ ਹੋ ਗਈ। ਭਾਰਤੀ ਕਿਸਾਨ ਯੂਨੀਅਨ ਨੇ ਟਵੀਟ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਇਸੇ ਦੌਰਾਨ ਨਿਗਾਸਨ ਤਹਿਸੀਲ ਦੇ ਤਿਕੁਨੀਆ ਦੇ ਵਿੱਚ ਹੋਈ ਅਗਜ਼ਨੀ ਤੇ ਮਾਰਕੁੱਟ ਦੌਰਾਨ 2 ਕਿਸਾਨਾਂ ਦੇ ਸਮੇਤ 6 ਲੋਕਾਂ ਦੀ ਮੌਤ ਹੋਈ ਹੈ। ਮਰਨ ਵਾਲਿਆਂ ਦੇ ਵਿੱਚ 4 ਭਾਜਪਾ ਸਮਰਥਕ ਵੀ ਦੱਸੇ ਜਾ ਰਹੇ ਨੇ। ਘਟਨਾ ਦੀ ਸੂਚਨਾ ਮਿਲਣ ਤੇ ਲਖਨਊ ਮੰਡਲ ਦੇ ਕਮਿਸ਼ਨਰ ਤੇ ਆਈਜੀ ਸਣੇ ਕਈ ਉੱਚ ਅਧਿਕਾਰੀ ਮੌਕੇ ਤੇ ਪਹੁੰਚੇ। ਤਿਕੁਨੀਆ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਦੀ ਤਾਇਨਾਤੀ ਵੀ ਕੀਤੀ ਗਈ ਹੈ। ਇੱਥੇ ਕਈ ਜ਼ਿਲ੍ਹਿਆਂ ਦੀ ਫੋਰਸ ਵੀ ਬੁਲਾਈ ਗਈ ਹੈ। ਉੱਥੇ ਜ਼ਿਲ੍ਹਾ ਪ੍ਰਸ਼ਾਸਨ ਨੇ ਲਖੀਮਪੁਰ ਖੀਰੀ ਦੇ ਵਿੱਚ ਅਗਲੇ ਆਦੇਸ਼ ਤੱਕ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਨੇ। ਤੇਜਿੰਦਰ ਸਿੰਘ ਵਿਰਕ ਦੇ ਵੀ ਜ਼ਖਮੀ ਹੋਣ ਦੀ ਸੂਚਨਾ ਹੈ। ਰਾਕੇਸ਼ ਟਿਕੈਤ ਗਾਜ਼ੀਪੁਰ ਤੋਂ ਨਿਕਲ ਰਹੇ ਸਨ। ਹਾਦਸੇ ਤੋਂ ਬਾਅਦ ਹੰਗਾਮਾ ਸ਼ੁਰੂ ਹੋ ਗਿਆ। ਮੌਕੇ ਤੇ 3 ਗੱਡੀਆਂ ਨੂੰ ਅੱਗ ਲਗਾ ਦਿੱਤੀ ਗਈ ਹੈ। ਇਸ ਘਟਨਾ ਨੂੰ ਲੈ ਕੇ ਕਿਸਾਨਾਂ ਦੇ ਵਿੱਚ ਗੁੱਸਾ ਹੈ ਅਤੇ ਗੁੱਸੇ ਦੇ ਵਿੱਚ ਆ ਕੇ ਕਿਸਾਨਾਂ ਨੇ ਗੱਡੀਆਂ ਫੂਕ ਦਿੱਤੀਆਂ ਨੇ। ਇਲਾਕੇ ਦੇ ਵਿੱਚ ਹਾਲਾਤ ਵਿਗੜਨ ਤੋਂ ਬਾਅਦ ਏਡੀਜੀ ਐਲਓ ਪ੍ਰਸ਼ਾਂਤ ਕੁਮਾਰ ਨੂੰ ਮੁੱਖ ਮੰਤਰੀ ਨੇ ਲਖੀਮਪੁਰ ਖੀਰੀ ਭੇਜਿਆ। ਉਧਰ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਦੇ ਵਿੱਚ ਅੱਜ ਪੰਜਾਬ ਕੈਬਨਿਟ ਦੀ ਮੀਟਿੰਗ ਹੋਵੇਗੀ। ਇਸ ਮੀਟਿੰਗ ਦੇ ਦੌਰਾਨ ਕਈ ਅਹਿਮ ਮੁੱਦਿਆਂ ਤੇ ਚਰਚਾ ਹੋਵੇਗੀ। ਹਾਲਾਂਕਿ ਮੀਟਿੰਗ ਦੇ ਦੌਰਾਨ ਕੁਝ ਅਹਿਮ ਏਜੰਡੇ ਪੇਸ਼ ਹੋਣ ਦੀ ਵੀ ਸੰਭਾਵਨਾ ਹੈ। ਇੱਥੇ ਵੀ ਦੱਸਣਯੋਗ ਹੈ ਕਿ ਮੀਟਿੰਗ ਕਰਨ ਦਾ ਸਮਾਂ ਪਹਿਲਾਂ ਸਵੇਰੇ 11 ਵਜੇ ਦਾ ਰੱਖਿਆ ਗਿਆ ਸੀ, ਜਿਸ ਨੂੰ ਬਦਲ ਕੇ ਸ਼ਾਮ 6 ਵਜੇ ਦਾ ਕਰ ਦਿੱਤਾ ਹੈ। ਸ਼ਾਮ ਨੂੰ ਹੋਈ ਮੀਟਿੰਗ ਸੰਬੰਧੀ ਮੰਤਰੀਆਂ ਨੂੰ ਕੋਈ ਏਜੰਡੀ ਜਾਰੀ ਨਹੀਂ ਕੀਤੀ ਗਈ ਸੀ। ਚਰਚਾ ਇਹ ਵੀ ਹੈ ਕਿ ਮੀਟਿੰਗ ਦੇ ਵਿੱਚ ਸੂਬਾ ਸਰਕਾਰ ਰੇਤ ਬਜਰੀ ਸੰਬੰਧੀ ਆਪਣੀ ਨਵੀਂ ਨੀਤੀ ਪੇਸ਼ ਕਰ ਸਕਦੀ ਹੈ। ਉਧਰ ਲਖੀਮਪੁਰ ਖੀਰੀ ਦੀ ਘਟਨਾ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਵਿੱਚ ਆਏ ਸਿਆਸੀ ਉਬਾਲ ਦਰਮਿਆਨ ਸਮਾਜਵਾਦੀ ਪਾਰਟੀ ਯਾਨੀ ਕਿ ਸਪਾ ਮੁਖੀ ਅਖਿਲੇਸ਼ ਯਾਦਵ ਨੂੰ ਹਿੰਸਾ ਪੀੜਤ ਜ਼ਿਲ੍ਹੇ ਦੇ ਵਿੱਚ ਜਾਣ ਤੋਂ ਰੋਕ ਦਿੱਤਾ ਗਿਆ, ਜਿਸ ਤੋਂ ਬਾਅਦ ਵਿਰੋਧ ਦੇ ਵਿੱਚ ਸਪਾ ਮੁਖੀ ਆਪਣੇ ਸਮਰਥਕਾਂ ਦੇ ਨਾਲ ਧਰਨੇ ਤੇ ਬੈਠ ਗਏ। ਦੂਜੇ ਪਾਸੇ ਸਪਾ ਦੇ ਸੈਂਕੜੇ ਸਮਰਥਕਾਂ ਤੇ ਪੁਲਿਸ ਦਰਮਿਆਨ ਜੰਮ ਕੇ ਧੱਕਾ ਮੁੱਕੀ ਹੋਈ। ਗੌਤਮਪੱਲੀ ਥਾਣੇ ਦੇ ਕੋਲ ਕੁਝ ਸ਼ਰਾਰਤੀ ਅਨਸਰਾਂ ਨੇ ਇੱਕ ਪੁਲਿਸ ਵਾਹਨ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਇਸ ਤੋਂ ਬਾਅਦ ਪੁਲਿਸ ਨੇ ਅਖਿਲੇਸ਼ ਯਾਦਵ ਨੂੰ ਹਿਰਾਸਤ ਦੇ ਵਿੱਚ ਲੈ ਲਿਆ। ਪਾਰਟੀ ਜਨਰਲ ਸਕੱਤਰ ਪ੍ਰੋਫੈਸਰ ਰਾਮ ਗੋਪਾਲ ਯਾਦਵ ਅਤੇ ਸੈਂਕੜੇ ਸਮਰਥਕਾਂ ਦੇ ਨਾਲ ਧਰਨੇ ਤੇ ਬੈਠੇ ਅਖਿਲੇਸ਼ ਯਾਦਵ ਨੇ ਵੀ ਕਿਹਾ ਕਿ ਲਖੀਮਪੁਰ ਦੇ ਵਿੱਚ ਨਿਰਦੋਸ਼ ਕਿਸਾਨਾਂ ਦੇ ਕਤਲ ਦੇ ਲਈ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਤੇ ਸੂਬੇ ਦੇ ਉਪ ਮੁੱਖ ਮੰਤਰੀ ਕੇਸ਼ਵ ਮੌਰਿਆ ਜ਼ਿੰਮੇਵਾਰ ਨੇ। ਇਸ ਲਈ ਉਸ ਨੂੰ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ। ਉਹਨਾਂ ਨੇ ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਨੂੰ 2 ਕਰੋੜ ਰੁਪਏ ਮੁਆਵਜ਼ਾ ਦੇਣ ਦੀ ਵੀ ਮੰਗ ਕੀਤੀ ਹੈ। ਯਾਦਵ ਨੇ ਵੀ ਕਿਹਾ ਕਿ ਸਰਕਾਰ ਹਿਟਲਰ ਸ਼ਾਹੀ ਰਵੱਈਆ ਅਪਣਾ ਕੇ ਲੋਕਤੰਤਰ ਨੂੰ ਕੁਚਲਣਾ ਚਾਹੁੰਦੀ ਹੈ। ਕੋਈ ਵੀ ਅਧਿਕਾਰੀ ਇਹ ਦੱਸਣ ਨੂੰ ਤਿਆਰ ਨਹੀਂ ਹੈ ਕਿ ਉਹਨਾਂ ਨੂੰ ਲਖੀਮਪੁਰ ਜਾਣ ਤੋਂ ਕਿਉਂ ਰੋਕਿਆ ਜਾ ਰਿਹਾ ਹੈ। ਲੋਕਤੰਤਰ ਦੇ ਵਿੱਚ ਹਰ ਰੇਤਾ ਨੂੰ ਆਪਣੀ ਆਮ ਆਦਮੀ ਅਤੇ ਕਿਸਾਨ ਦੇ ਦੁੱਖ ਦਰਦ ਸਾਂਝਾ ਕਰਨ ਦਾ ਅਧਿਕਾਰ ਹੈ ਤੇ ਅਜਿਹਾ ਕਰਨ ਤੋਂ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ। ਉਹਨਾਂ ਦੇ ਘਰ ਦੇ ਬਾਹਰ ਇੱਟਾਂ ਨਾਲ ਭਰਿਆ ਇੱਕ ਟਰੱਕ ਖੜਾ ਕਰ ਦਿੱਤਾ ਗਿਆ। ਸਰਕਾਰ ਪੁਲਿਸ ਦੇ ਦਮ ਤੇ ਆਮ ਜਨਤਾ ਦੀ ਆਵਾਜ਼ ਨੂੰ ਦਬਾ ਨਹੀਂ ਸਕਦੀ। ਸਰਕਾਰ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ। ਉਧਰ 6 ਦਿਨਾਂ ਦੇ ਅੰਤਰਾਲ ਤੋਂ ਬਾਅਦ ਕੋਵਿਸ਼ੀਲਡ ਦੇ ਟੀਕੇ ਸੋਮਵਾਰ ਨੂੰ ਟੀਕਾਕਰਨ ਕੇਂਦਰਾਂ ਦੇ ਵਿੱਚ ਲਗਾਏ ਜਾਣਗੇ। ਐਤਵਾਰ ਨੂੰ 50,000 ਤੋਂ ਵੱਧ ਕੋਵਿਸ਼ੀਲਡ ਟੀਕਿਆਂ ਦਾ ਸਟਾਕ ਚੰਡੀਗੜ੍ਹ ਤੋਂ ਜ਼ਿਲ੍ਹਾ ਟੀਕਾ ਸਟੋਰ ਤੇ ਪਹੁੰਚਿਆ। ਇਸ ਸੰਬੰਧੀ ਡਾਕਟਰ ਰਾਕੇਸ਼ ਕੁਮਾਰ ਚੋਪੜਾ ਨੇ ਦੱਸਿਆ ਕਿ ਟੀਕਾ ਸੋਮਵਾਰ ਸਵੇਰੇ ਸਾਰੇ ਕੇਂਦਰਾਂ ਤੇ ਪਹੁੰਚਾ ਦਿੱਤਾ ਜਾਵੇਗਾ। ਕੇਂਦਰ ਟੀਕੇ ਦੀ ਪਹਿਲੀ ਅਤੇ ਦੂਜੀ ਖੁਰਾਕ ਲੈਣਗੇ। ਹੁਣ ਰਾਧਾ ਸਵਾਮੀ ਸਤਸੰਗ ਡੇਰਿਆਂ ਦੇ ਵਿੱਚ ਕੋਈ ਵੈਕਸੀਨੇਸ਼ਨ ਨਹੀਂ ਹੋਵੇਗੀ, ਕਿਉਂਕਿ ਡੇਰਿਆਂ ਦੇ ਵਿੱਚ ਸਤਸੰਗ ਸ਼ੁਰੂ ਹੋ ਰਹੇ ਨੇ। ਇਸ ਕਰਕੇ ਡੇਰੇ ਦੇ ਵਿੱਚ ਟੀਕੇ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਟੀਕਾਕਰਨ ਸਿਰਫ ਸਰਕਾਰੀ ਸਿਹਤ ਕੇਂਦਰਾਂ ਦੇ ਵਿੱਚ ਹੀ ਕੀਤਾ ਜਾਵੇਗਾ। ਡੇਰਿਆਂ ਦੇ ਵਿੱਚ ਕੋਰੋਨਾ ਟੀਕੇ ਨਾ ਮਿਲਣ ਦੇ ਕਾਰਨ ਸਰਕਾਰੀ ਸਿਹਤ ਕੇਂਦਰਾਂ ਤੇ ਦਬਾਅ ਵਧੇਗਾ। ਇਸ ਤੋਂ ਪਹਿਲਾਂ ਡੇਰਿਆਂ ਦੇ ਵਿੱਚ ਲਗਭਗ 70% ਟੀਕਾਕਰਨ ਕੀਤਾ ਜਾ ਰਿਹਾ ਸੀ। ਹੁਣ ਸਰਕਾਰੀ ਟੀਕਾਕਰਨ ਤੇ ਵੱਧਦੀ ਭੀੜ ਦੇ ਕਾਰਨ ਲੋਕਾਂ ਨੂੰ ਟੀਕਾ ਲਗਵਾਉਣ ਦੇ ਵਿੱਚ ਜ਼ਿਆਦਾ ਸਮਾਂ ਲੱਗ ਸਕਦਾ ਹੈ। ਐਤਵਾਰ ਨੂੰ ਜ਼ਿਲ੍ਹੇ ਦੇ ਵਿੱਚ ਕੋਰੋਨਾ ਦੇ 2 ਨਵੇਂ ਮਰੀਜ਼ ਪਾਏ ਗਏ। ਇਸ ਵੇਲੇ ਕੋਰੋਨਾ ਦੇ 37 ਸਰਗਰਮ ਮਰੀਜ਼ ਨੇ, ਜਿਨ੍ਹਾਂ ਦੇ ਵਿੱਚੋਂ 22 ਘਰ ਦੇ ਵਿੱਚ ਆਈਸੋਲੇਸ਼ਨ ਦੇ ਵਿੱਚ ਨੇ। ਬਾਕੀ ਦਾ ਨਿੱਜੀ ਹਸਪਤਾਲਾਂ ਦੇ ਵਿੱਚ ਇਲਾਜ ਵੀ ਚੱਲ ਰਿਹਾ ਹੈ। ਪਹਿਲੇ ਦਿਨ ਤੋਂ ਹੁਣ ਤੱਕ ਜਲੰਧਰ ਦੇ ਵਿੱਚ ਕੋਰੋਨਾ ਦੇ 63,329 ਮਰੀਜ਼ ਸਾਹਮਣੇ ਆ ਚੁੱਕੇ ਨੇ। 1494 ਲੋਕਾਂ ਦੀ ਜਾਨ ਜਾ ਚੁੱਕੀ ਹੈ। ਫਿਲਹਾਲ ਸਿਵਲ ਹਸਪਤਾਲ ਦਾ ਕੋਰੋਨਾ ਵਾਰਡ ਖਾਲੀ ਹੈ। ਕੋਰੋਨਾ ਦੀ ਤੀਜੀ ਲਹਿਰ ਦੇ ਡਰ ਦੇ ਮੱਦੇਨਜ਼ਰ ਵਿਭਾਗ ਦਾ ਜ਼ੋਰ ਟੀਕਾਕਰਨ ਤੇ ਹੈ। ਉਧਰ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅੱਜ ਉੱਤਰ ਪ੍ਰਦੇਸ਼ ਤੇ ਲਖੀਮਪੁਰ ਖੀਰੀ ਦਾ ਦੌਰਾ
ਕਰਨ ਜਾਣਗੇ, ਪਰ ਉਹਨਾਂ ਨੂੰ ਯੂਪੀ ਦੇ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਸ ਦੇ ਨਾਲ ਹੀ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਨੂੰ ਵੀ ਯੂਪੀ ਦੇ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਮਿਲੀ। ਉੱਤਰ ਪ੍ਰਦੇਸ਼ ਸਰਕਾਰ ਦੇ ਵੱਲੋਂ ਛੱਤੀਸਗੜ੍ਹ ਦੇ ਮੁੱਖ ਮੰਤਰੀ ਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਲਖਨਊ ਹਵਾਈ ਅੱਡੇ ਤੇ ਆਉਣ ਤੇ ਪਾਬੰਦੀ ਲਗਾਈ ਗਈ ਹੈ। ਦੱਸਣਯੋਗ ਹੈ ਕਿ ਸੁਖਜਿੰਦਰ ਰੰਧਾਵਾ ਨੇ ਅੱਜ ਲਖੀਮਪੁਰ ਖੀਰੀ ਦੇ ਦੌਰੇ ਤੇ ਜਾ ਕੇ ਸਥਿਤੀ ਦਾ ਜਾਇਜ਼ਾ ਲੈਣਾ ਸੀ। ਰੰਧਾਵਾ ਨੇ ਕਿਹਾ ਸੀ ਕਿ ਉਹ ਨਿੱਜੀ ਤੌਰ ਤੇ ਪੀੜਤ ਪਰਿਵਾਰਾਂ ਨੂੰ ਮਿਲਣਗੇ ਤੇ ਉੱਥੇ ਮੌਜੂਦਾ ਸਥਿਤੀ ਦੇ ਬਾਰੇ ਅਸਲ ਜਾਣਕਾਰੀ ਹਾਸਲ ਕਰਨਗੇ। ਉਹਨਾਂ ਨੇ ਨਾਲ ਹੀ ਅਧਿਕਾਰੀਆਂ ਦੀ ਟੀਮ ਤੇ ਵੀ ਜਾਣਾ ਸੀ, ਪਰ ਉੱਤਰ ਪ੍ਰਦੇਸ਼ ਸਰਕਾਰ ਦੇ ਵੱਲੋਂ ਇਸ ਦੀ ਇਜਾਜ਼ਤ ਨਹੀਂ ਦਿੱਤੀ ਗਈ। ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਕਿਹਾ ਕਿ ਯੂਪੀ ਸਰਕਾਰ ਉਹਨਾਂ ਨੂੰ ਲਖੀਮਪੁਰ ਜਾਣ ਤੋਂ ਹਰ ਤਰੀਕੇ ਦੇ ਨਾਲ ਰੋਕ ਰਹੀ ਹੈ। ਉਹਨਾਂ ਨੇ ਕਿਹਾ ਕਿ ਉਹ ਹਰ ਹਾਲ ਦੇ ਵਿੱਚ ਲਖੀਮਪੁਰ ਜਾਣ ਦੀ ਕੋਸ਼ਿਸ਼ ਕਰਨਗੇ। ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਜੇਕਰ ਲੋੜ ਪਈ ਤਾਂ ਅਸੀਂ ਆਪਣੇ ਕਿਸਾਨਾਂ ਦੇ ਲਈ ਗ੍ਰਿਫਤਾਰੀ ਵੀ ਕਰ ਦੇਵਾਂਗੇ। ਉਧਰ ਭਾਰਤ ਦੇਸ਼ ਦੇ ਵਿੱਚ ਬੀਤੇ ਐਤਵਾਰ ਨੂੰ 24 ਘੰਟਿਆਂ ਦੌਰਾਨ 22,842 ਮਾਮਲੇ ਸਾਹਮਣੇ ਆਏ ਅਤੇ ਨਾਲ ਹੀ ਨਾਲ ਇਸ ਦੌਰਾਨ 25,930 ਲੋਕ ਠੀਕ ਹੋਏ ਨੇ। ਦੇਸ਼ ਦੇ ਵਿੱਚ ਲਗਾਤਾਰ ਕੋਰੋਨਾ ਦੇ ਰੋਗੀਆਂ ਦੀ ਗਿਣਤੀ ਦੇ ਵਿੱਚ ਕਮੀ ਦੇਖਣ ਨੂੰ ਮਿਲੀ ਹੈ, ਜਿਸ ਤੋਂ ਬਾਅਦ ਸਰਗਰਮ ਮਾਮਲੇ ਲਗਾਤਾਰ ਘੱਟ ਹੋ ਰਹੇ ਨੇ। ਦੂਜੇ ਪਾਸੇ ਇਹ ਪਿਛਲੇ 199 ਦਿਨਾਂ ਦੇ ਵਿੱਚ ਸਭ ਤੋਂ ਘੱਟ ਹੈ। ਹਾਲਾਂਕਿ ਪਿਛਲੇ 24 ਘੰਟਿਆਂ ਦੌਰਾਨ 244 ਲੋਕਾਂ ਦੀ ਮੌਤ ਹੋ ਗਈ ਹੈ। ਕੋਵਿਡ-19 ਮਹਾਮਾਰੀ ਦੀ ਗ੍ਰਿਫਤ ਤੋਂ ਭਾਰਤ ਹੌਲੀ-ਹੌਲੀ ਬਾਹਰ ਆ ਗਿਆ। ਦੇਸ਼ ਦੇ ਵਿੱਚ ਪਿਛਲੇ 24 ਘੰਟਿਆਂ ਦੌਰਾਨ 25,930 ਲੋਕ ਠੀਕ ਹੋਏ ਨੇ। ਇਸ ਦੇ ਚੱਲਦਿਆਂ ਦੇਸ਼ ਦੇ ਵਿੱਚ ਕੋਰੋਨਾ ਦੇ ਨਾਲ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ 3,30,94,529 ਤੱਕ ਪਹੁੰਚ ਗਏ ਤੇ ਲਗਾਤਾਰ ਇਸ ਗਿਣਤੀ ਦੇ ਵਿੱਚ ਇਜ਼ਾਫਾ ਵੀ ਹੋ ਗਿਆ। ਦੇਸ਼ ਦੇ ਵਿੱਚ ਲਗਾਤਾਰ ਕੋਰੋਨਾ ਦੇ ਰੋਗੀਆਂ ਦੀ ਗਿਣਤੀ ਦੇ ਵਿੱਚ ਕਮੀ ਦੇਖਣ ਨੂੰ ਮਿਲੀ, ਜਿਸ ਤੋਂ ਬਾਅਦ ਸਰਗਰਮ ਮਾਮਲੇ ਵੀ ਲਗਾਤਾਰ ਘੱਟ ਹੋ ਗਏ ਨੇ। ਇਹ ਗਿਣਤੀ ਦੇਸ਼ ਦੇ ਵਿੱਚ ਪਿਛਲੇ 199 ਦਿਨਾਂ ਦੇ ਵਿੱਚ ਸਭ ਤੋਂ ਘੱਟ ਹੈ ਤੇ ਰਿਕਵਰੀ ਰੇਟ 97.87% ਤੇ ਪਹੁੰਚ ਗਈ ਹੈ। ਮਾਰਚ 2020 ਤੋਂ ਬਾਅਦ ਇਹ ਸਭ ਤੋਂ ਜ਼ਿਆਦਾ ਹੈ। ਇਸ ਦੇ ਨਾਲ ਹੀ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਅੱਜ ਫਿਲਹਾਲ ਇੰਨਾ ਹੀ। ਆਪਣੀ ਦੋਸਤ ਸ਼ੀਤਲ ਨੂੰ ਦਿਓ ਇਜਾਜ਼ਤ ਤੇ ਤੁਸੀਂ ਜੁੜੇ ਰਹੋ ਕੈਨੇਡੀਅਨ ਸਾਥ ਦੇ ਨਾਲ।